ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਮਰਦਾਨੇ ਪੁਨ ਵਚ ਭਾਖਾ, ਚਲੋ ਪ੍ਰਭੂ ਜਿਤ ਕੋ ਅਬਿਲਾਖਾ। ਸੁਨ ਮਰਦਾਨੇ ਪੁਨ ਵਚ ਭਾਖਾ, ਚਲੋ ਪ੍ਰਭੂ ਜਿਤ ਕੋ ਅਬਿਲਾਖਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੋਲ ਜੋ ਚੂਕ ਪਈ ਅਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਏ ਕਾਵਤ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਏ ਬਿਖੈ ਛੁਟਕਾਵਤ। ਲੋਹ ਤੇ ਹੇਮ ਅਰੰਡ ਤੇ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕੰਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਗੁਰੂ ਬਾਬਾ ਜੀ ਜਦੋਂ ਜਗਤ ਜਲੰਧਰ ਦੀ ਸਾਰ ਕਰਦਿਆਂ ਹੋਇਆ, ਜਿਹੜੇ ਨੇ 9 ਖੰਡ ਉਹਦੀ ਸ਼ਹਿਰ ਭਾਈ ਮਰਦਾਨਾ ਜੀ ਨੂੰ ਕਰਵਾਈ ਸੀ। ਪਰ ਮਹਾਰਾਜ ਚਲਦਿਆਂ ਜਦੋਂ ਬੰਗਾਲ ਦੇ ਇਲਾਕੇ ਦੇ ਵਿੱਚ ਪਹੁੰਚੇ, ਇੱਥੋਂ ਦੇ ਜਿਹੜੇ ਪਬਲਿਕ ਦੇ ਲੋਕ ਸਾਰੇ ਹੀ ਦੇਵੀ ਦੀ, ਚੰਡੀ ਦੀ ਔਰ ਗੌਰਜਾਂ ਦੀ ਪੂਜਾ ਕਰਿਆ ਕਰਦੇ ਸਨ। ਕਈ ਐਸੇ ਅਜਮੇ ਅਮਰਨਾਥ ਦਾ ਮੰਦਰ ਇਹ ਵੀ ਪਹਾੜਾਂ ਦੇ ਵਿੱਚ ਹੀ ਬਣਿਆ ਹੋਇਆ। ਉੱਥੋਂ ਦੇ ਰਾਜੇ ਨੂੰ ਵੀ ਗੁਰੂ ਬਾਬਾ ਜੀ ਨੇ ਸਿੱਧੇ ਰਸਤੇ ਪਾਇਆ। ਇੱਥੋਂ ਰਵਾਨਾ ਹੋ ਕਰਕੇ ਜਦੋਂ ਸਤਿਗੁਰੂ ਜੀ ਅਗਲੇ ਖੰਡ ਦੇ ਵਿੱਚ ਪਹੁੰਚੇ, ਪਤਾ ਲੱਗਿਆ ਬਾਦਸ਼ਾਹ ਨੂੰ ਵੀ 3 ਫਕੀਰ ਆ ਮੇਰੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਨ। ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਜਿਹੜੇ ਮਨੋਰਥ ਦੇ ਲਈ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ। ਮਹਾਰਾਜ ਜਿੱਥੇ ਵੀ ਜਾਂਦੇ ਇਹ ਬਚਨ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਕਰਿਆ ਕਰਦੇ ਸੀ। ਵੱਡੇ ਵੱਡੇ ਰਾਜੇ ਮਹਾਰਾਜਾਂ ਨੂੰ ਵੀ ਇੱਥੇ ਧਰਮਸ਼ਾਲਾ ਤਿਆਰ ਕਰਵਾਓ, ਉਹਦੇ ਵਿੱਚ ਬੈਠ ਕਰਕੇ ਤੁਸੀਂ ਹਰੀ ਜਸ ਗੈਨ ਕਰਦੇ ਆ ਆ ਤੁਹਾਡੀ ਜਿਹੜੀ
ਅਮੋਲਕ ਮਨੁੱਖਾਂ ਦੇ ਹੀ ਸਫਲੀ ਹੋ ਜਾਏਗੀ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ, ਜਿਹੜੇ ਨੇ ਗੁਰਮੁਖ ਉਹ ਹਮੇਸ਼ਾ ਦੇ ਲਈ ਸੈਰ ਦ੍ਰਿਸ਼ਟੀ ਧਾਰਨ ਕਰਕੇ ਰੱਖਦੇ ਨੇ ਮਨ ਦੇ ਅੰਦਰ, ਪਰ ਜਿਨ੍ਹਾਂ ਨੇ ਅਜੇ ਕਿਸੇ ਗੁਰੂ ਪੀਰ ਦਾ ਉਪਦੇਸ਼ ਪ੍ਰਾਪਤ ਨਹੀਂ ਨਾ ਕੀਤਾ, ਮਨਮੁਖੋ ਕਹਿ ਲਓ, ਬੇਸਮਝ ਕਹਿ ਲਓ, ਗੱਲ ਇੱਕੋ ਹੀ ਹੈ ਵੀ ਉਹ ਕੁਕਰ ਦ੍ਰਿਸ਼ਟੀ ਧਾਰਨ ਕਰਕੇ ਰੱਖਦੇ ਨੇ ਆਪਣੇ ਜੀਵਨ ਦੇ ਵਿੱਚ। ਸੁਣ ਕੇ ਉਹ ਹੈਰਾਨ ਹੋ ਗਏ, ਪੁੱਛਿਆ ਸੱਚੇ ਪਾਤਸ਼ਾਹ ਵੀ ਸਾਨੂੰ ਇਹਨਾਂ ਬਚਨਾਂ ਦੇ ਜਿਹੜੇ ਹੱਥ ਹੈ ਚੰਗੀ ਤਰ੍ਹਾਂ ਖੋਲ੍ਹ ਕੇ ਸਮਝਾ ਦਿਓ, ਕੋਈ ਸਾਨੂੰ ਇਸ ਹਕੀਕਤ ਦੇ ਬਾਰੇ ਪਤਾ ਤਾਂ ਲੱਗਦਾ ਨਹੀਂ ਵੀ ਕੁਕਰ ਦ੍ਰਿਸ਼ਟੀ ਕੀ ਹੈ, ਸੈਰ ਦ੍ਰਿਸ਼ਟੀ ਕੈਸੀ ਹੈ। ਅਸੀਂ ਤਾਂ ਪਹਿਲੀ ਦਫਾ ਆਪ ਦੀ ਰਸਨਾ ਤੇ ਹੋ ਜਾਏ ਪਰਮਾਰਥਕ ਦੇ ਜਿਹੜੇ ਪ੍ਰਵਚਨ ਸੁਣੇ ਹਨ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਨੇ ਮਨਮੁਖ ਮੂਰਖ ਗਵਾਰ, ਅਗਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਵਿਪਤਾ, ਇਹੋ ਜਿਹੇ ਦੁੱਖ ਪੈਦਾ ਹੋ ਗਏ, ਉਹ ਫਿਰ ਸੰਸਾਰੀ ਮਨੁੱਖਾਂ ਦੇ ਉੱਪਰ ਬੜਾ ਦੋਸ਼ ਥਾਪਣ ਲੱਗ ਜਾਂਦੇ ਨੇ ਵੀ ਫਲਾਣੇ ਨੇ ਮੇਰਾ ਤਾਂ ਕੰਮ ਹੀ ਠੱਪ ਕਰਤਾ, ਚੰਗੀ ਭਲੀ ਬਥੇਰੀ ਆਮਦਨ ਰੋਜ਼ ਦੀ ਰੋਜ਼ ਮੇਰੇ ਘਰ ਦੇ ਵਿੱਚ ਆਉਂਦੀ ਸੀ, ਆ ਪਤਾ ਨਹੀਂ ਕੀ ਹੋ ਗਿਆ, ਕਿਸੇ ਨੇ ਕੋਈ ਪਤਾ ਨਹੀਂ ਟੂਣਾ ਟਾਮਣ ਕਰਵਾ ਦਿੱਤਾ ਹੈ, ਦੁਕਾਨ ਤੋਂ ਗਾਹਕ ਆਉਣੋਂ ਹੀ ਬਹੁਤ ਜ਼ਿਆਦਾ ਘਟ ਗਏ। ਉਹਦੇ ਮਨ ਦੇ ਵਿੱਚ ਐਸੀਆਂ ਵਹਿਮ ਵਾਲੀਆਂ ਗੱਲਾਂ ਪੈਦਾ ਹੋ ਜਾਂਦੀਆਂ ਨੇ ਵੀ ਫਲਾਣੇ ਨੇ ਕੁਝ ਨਾ ਕੁਝ ਸਿਆਣੇ ਕੋਲੋਂ ਜ਼ਰੂਰ ਕਰਵਾਇਆ ਹੋਊਗਾ। ਉਹਨਾਂ ਨੂੰ ਇਹ ਤਾਂ ਪਤਾ ਨਹੀਂ ਲੱਗਦਾ ਵੀ ਇਹ ਜਿਹੜੇ ਦੁੱਖ ਸੁੱਖ ਕਰਮਾਂ ਦੇ ਮੁਤਾਬਕ ਪ੍ਰਾਪਤ ਹੋਇਆ ਕਰਦੇ ਨੇ ਸਾਰਿਆਂ ਨੂੰ। ਜਿਹੜੀ ਹੈ ਜਿਵੇਂ ਕੁੱਕਰ ਦਾ ਸੁਭਾਅ ਹੈ, ਜਿਹੜਾ ਵੀ ਕੋਈ ਉਹਦੇ ਕੋਈ ਡੰਡਾ ਮਾਰੇ, ਰੋੜਾ ਇੱਟ ਵਗੈਰਾ, ਉਸੇ ਦੇ ਪਿੱਛੇ ਹੀ ਕੁੱਤਾ ਬੜੀ ਤੇਜ਼ੀ ਦੇ ਨਾਲ ਦੌੜਦਾ ਹੈ। ਮਾਰਨ ਵਾਲੇ ਦੇ ਬਾਰੇ ਨੂੰ ਪਤਾ ਹੀ ਲੱਗਦਾ, ਉਹ ਭਾਵੇਂ ਜਿਤਨੀ ਮਰਜ਼ੀ ਦੂਰ 'ਤੇ ਖੜਾ ਹੋਵੇ, ਪਰ ਜੋੜਾ ਵੀ ਡੰਡਾ ਵਗਾ ਕੇ ਮਾਰਿਆ, ਰੋੜਾ ਮਾਰਤਾ ਕਿਸੇ ਨੇ, ਉਹਦੇ ਵੱਲ ਹੀ ਉਹਨੇ ਭੱਜ ਕੇ ਜਾਣਾ ਵੀ ਇਹ ਮੇਰੇ ਆ ਕਰਕੇ ਵੱਜਿਆ। ਪਰ ਜਿਹੜਾ ਮਾਰਨ ਵਾਲਾ ਉਹਦੇ ਬਾਰੇ ਸੋਚਦੇ ਹੀ ਨਹੀਂ। ਸੈਰ ਦ੍ਰਿਸ਼ਟੀ ਹੁੰਦੀ ਹੈ ਗੁਰੂ ਕੇ ਪਿਆਰਿਆਂ ਦੀ, ਉਹ ਫਿਰ ਸਮਝਦੇ ਨੇ ਵੀ ਆ ਜੀਵਨ ਦੇ ਵਿੱਚ ਖੁਸ਼ੀ ਹੈ ਗਮੀ ਹੈ, ਚਾਹੇ ਸੁੱਖ ਔਰ ਦਿਖੇ ਤਾਂ ਸਾਨੂੰ ਪਰਮਾਤਮਾ ਕਰਮਾਂ ਦੇ ਮੁਤਾਬਕ ਇਹ ਫਲ ਭੁਗਤਣੇ ਹੀ ਪੈਣੇ ਹਨ। ਕਿਸੇ ਨੂੰ ਕੋਈ ਇਹੋ ਜਿਹਾ ਦੋਸ਼ ਨਹੀਂ ਦਿੰਦੇ ਕਦੇ ਵੀ। ਜਿਵੇਂ ਸ਼ੇਰ ਦਾ ਹੁੰਦਾ ਸੁਭਾਅ, ਉਹਨੇ ਕਦੇ ਨਾ ਰੋੜੇ ਵੱਲ ਨਾ ਡੰਡੇ ਵੱਲ, ਸਿੱਧਾ ਜਿਹੜਾ ਹੈ ਮਾਰਨ ਵਾਲਾ ਉਹ ਦੀ ਜਾ ਕਰਕੇ ਆਪਣੀ ਇਹੋ ਜਿਹੀ ਝਪਟ ਮਾਰਨੀ ਹੈ। ਸੁਣ ਕਰਕੇ ਇਹਨਾਂ ਨੂੰ ਵੀ ਮਨ ਦੇ ਵਿੱਚ ਯਕੀਨ ਭਰੋਸਾ ਹੋ ਗਿਆ ਹੈ। ਸਤਿਗੁਰੂ ਜੀ ਆਉਂਦਿਆਂ ਆਉਂਦਿਆਂ ਕਹਿ ਲੱਗੇ, ਮਰਦਾਨਿਆ ਚੱਲ ਤੈਨੂੰ ਆ ਜਿਹੜਾ 9ਵਾਂ ਭਾਰਤ ਖੰਡ ਦਿਖਾਉਣੇ ਆ, ਉਹਦੇ ਵਿੱਚ ਹੀ ਤੇਰੇ ਪਰਿਵਾਰ ਨੇ ਰਹਿਣ ਦੇ ਲਈ ਆਪਣੇ ਘਰ ਵਗੈਰਾ ਬਣਾਏ ਹੋਏ ਹਨ। ਚਲਦੇ ਆ ਗੁਰੂ ਬਾਬਾ ਜੀ ਆ ਜਿਹੜਾ ਪਰਬਤ ਦਾ ਇਲਾਕਾ ਹੈ, ਕਸ਼ਮੀਰ ਹੈ, ਜੰਮੂ ਹੈ, ਸ਼੍ਰੀਨਗਰ ਹੈ, ਬਹੁਤ ਵੱਡੀਆਂ ਵੱਡੀਆਂ ਰਿਆਸਤਾਂ ਜੋ ਵੀ ਪਹਾੜੇ ਇਲਾਕੇ ਦੇ ਵਿੱਚ ਪੈਂਦੀਆਂ ਹਨ। ਵੱਡੇ ਵੱਡੇ ਪਰਬਤਾਂ ਤੋਂ ਹੁੰਦੇ ਹੋਏ ਗੁਰੂ ਬਾਬਾ ਜੀ ਉਹਨੂੰ ਮੈਦਾਨੀ ਇਲਾਕੇ ਦੇ ਵੱਲ ਆ ਰਹੇ ਨੇ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ
ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਨ ਮਰਦਾਨੇ ਪੁੰਨ ਬਚ ਪਾਖਾ। ਉਸ ਸਮੇਂ ਗੁਰੂ ਬਾਬਾ ਜੀ ਤੋਂ ਸੁਣ ਕਰਕੇ ਐਸੇ ਵਚਨ ਭਾਈ ਮਰਦਾਨਾ ਜੀ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਏ ਹਨ। ਚਲੋ ਪ੍ਰਭੂ ਜਿਤ ਕੋ ਅਬਿਲਾਖਾ। ਗਰੀਬਨ ਵਾ ਸੱਚੇ ਪਾਤਸ਼ਾਹ ਕਿਤੇ ਨਾ ਸਮਝਿਓ ਵੀ ਮੈਨੂੰ ਹਿਰਦੇ ਦੇ ਅੰਦਰ ਕੋਈ ਧੀਆਂ ਪੁੱਤਰ ਜਾਂ ਫਿਰ ਨਗਰ ਦੀ ਯਾਦ ਆਉਂਦੀ ਹੋਏਗੀ। ਨਹੀਂ, ਇਹ ਤਾਂ ਹੁਣ ਆਪਨੇ ਮੇਰੇ ਸੰਕਲਪ ਵਿਕਲਪ ਹੀ ਅੰਦਰੋਂ ਖਤਮ ਕਰਤੇ। ਉੱਥੇ ਫਿਰ ਪਰਿਵਾਰ ਦੀ ਖਿੱਚ ਕਿਵੇਂ ਪੈਦਾ ਹੋ ਜੂ। ਮਹਾਰਾਜ ਮੈਂ ਤਾਂ ਪ੍ਰਣ ਕਰ ਲਿਆ, ਜਿੱਧਰ ਆਪਦੀ ਮੌਜ ਆ ਉੱਧਰ ਚਲੋ। ਬਸ ਮੈਂ ਵੀ ਮੋਢੇ ਦੇ ਉੱਪਰ ਆ ਕਰਕੇ ਰਵਾ ਪਿੱਛੇ ਪਿੱਛੇ ਹੀ ਤੁਰੀ ਆਉਣਾ ਹੈ। ਤੁਮ ਕਰਨਾ ਤੀ ਪਿਖੇ ਸਥਾਨਾ। ਆਪ ਦੀ ਕਿਰਪਾ ਆਪ ਦੀ ਰਹਿਮਤ ਦੁਆਰਾ ਕਿਤਨੇ ਵੱਡੇ ਵੱਡੇ ਸਥਾਨ ਔਰ ਇਸਲਾਮ ਦੇ ਮਹਾਨ ਤੀਰਥ ਜਿਨ੍ਹਾਂ ਦੀ ਵਡਿਆਈ ਸੋਭਾ ਮੈਂ ਰਹਿ ਪੁੰਦੀ ਤਲਵੰਡੀ ਦੇ ਵਿੱਚ ਰਹਿੰਦੇ ਹੋਇਆ ਬੜੀ ਸੁਣਦਾ ਸੀ ਵੀ ਸਲਾਮ ਦਾ ਉਹਦੇ ਮੱਕਾ ਤੇ ਮਦੀਨਾ ਇਹ ਬਹੁਤ ਵੱਡਾ ਹੈ। ਉਹਨਾਂ ਦੇ ਆਪਣੇ ਪਵਿੱਤਰ ਤੀਰਥ ਮੰਨੇ ਜਾਂਦੇ ਹਨ, ਪਰ ਉੱਥੇ ਜਾਣ ਦੀ ਹਰੇਕ ਨੂੰ ਇਜਾਜ਼ਤ ਤਾਂ ਹੈ ਨਹੀਂ। ਮਹਾਰਾਜ ਆਪ ਦੀ ਕਿਰਪਾ ਹੋ ਗਈ, ਮੇਰੇ ਡੋਮ 82 ਦੇ ਉੱਪਰ ਉਹ ਵੀ ਤੀਰਥਾਂ ਦੀ ਮੈਂ ਯਾਤਰਾ ਕਰ ਲਈ ਹੈ। ਨਤ ਹਮਸੀ ਜੰਤਨ ਕਿਹ ਜਾਨਾ। ਨਹੀਂ, ਮੇਰੇ ਵਰਗੇ ਗਰੀਬ ਗੁਰਬਿਆਂ ਨੂੰ ਕਿਹੜਾ ਦੁਨੀਆ ਦੇ ਵਿੱਚ ਜਾਣਦਾ ਹੈ। ਇਸ ਪ੍ਰਕਾਰ ਬੋਲਤ ਬਿਗਸਾਈ। ਇਹ ਗੁਰੂ ਬਾਬਾ ਜੀ ਆਪਣੀ ਮੌਤ ਦੇ ਵਿੱਚ ਆ ਕੇ ਕਈ ਦਫਾ ਭਾਈ ਮਰਦਾਨੇ ਦੇ ਨਾਲ ਐਸੇ ਜਿਹੜੇ ਹਾਸ ਰਾਦੇ ਬਚਨ ਵੀ ਕਰ ਲੱਗ ਜਾਂਦੇ। ਜਦੋਂ ਕਿਤੇ ਸਤਿਗੁਰੂ ਜੀ ਦੀ ਮੌਜ ਹੋਇਆ ਕਰਦੀ ਹੈ ਤਤ ਛਿਨ ਜੰਮੂ ਪੁਰ ਮਹਿ ਆਈ। ਔਰ ਸਤਿਗੁਰੂ ਜੀ ਤਤ ਛਿਨ ਥੋੜ੍ਹੇ ਟਾਈਮ ਦੇ ਵਿੱਚ ਜੰਮੂ ਤੇ ਕਸ਼ਮੀਰ ਇਹ ਦੋਵੇਂ ਸਟੇਟਾਂ ਤਕਰੀਬਨ ਇੱਕ ਦੂਜੇ ਦੇ ਨੇੜੇ ਪੈਂਦੀਆਂ ਨੇ। ਚਲਦਿਆਂ ਚਲਦਿਆਂ ਗੁਰੂ ਬਾਬਾ ਜੀ ਜੰਮੂ ਦੇ ਬਹੁਤ ਵੱਡੇ ਵੱਡੇ ਪਹਾੜਾਂ 'ਤੇ ਪਹੁੰਚ ਗਏ ਹਨ। ਭਿਖ ਰਮਨੀਕ ਥਾਨ ਤਹਿ ਏਕੋ। ਉੱਥੇ ਦੀਨਾ ਦੁਨੀਆ ਦੇ ਮਾਲਕ ਨੇ ਜਦੋਂ ਇਕਾਂਤ ਬੜੀ ਸੋਹਣੀ ਸਾਫ ਸੁਥਰੀ ਜੀ ਇੱਕ ਜਗ੍ਹਾ ਦੇਖ ਲਈ ਹੈ। ਬੈਠ ਗਏ ਤਬ ਜਲਦ ਵਿਵੇਕੋ। ਗਿਆਨ ਦੇ ਸਾਗਰ ਨੇ ਉੱਥੇ ਹੀ ਆਪਣਾ ਆਸਣ ਬੜਾ ਵਸਾ ਕੇ ਚੌਂਕੜਾ ਮਾਰ ਲਿਆ। ਸ਼੍ਰੀ ਅੰਗਦ ਸੁਨ ਕਥਾ ਮਹਾਨੀ। ਭਾਈ ਬਾਲਾ ਜੀ ਇਹ ਸਾਰੀ ਕਥਾ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਸੁਣਾਉਂਦੇ ਹੋਇਆਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਹਨ। ਮੁਝ ਸੋਂ ਬੋਲਤ ਭੀ ਅਸਬਾਨੀ। ਉਸ ਸਮੇਂ ਸਤਿਗੁਰੂ ਜੀ ਨਾ ਮੌਤ ਦੇ ਵਿੱਚ ਆ ਕਰਕੇ ਮੇਰੇ ਨਾਲ ਇਹੋ ਜਿਹੇ ਬਚਨ ਵਿਲਾਸ ਕਰਨ ਲੱਗ ਪਏ ਸੀ। ਜਾਮ ਬੰਤ ਭਾਲਕ ਜੋ ਭਾਰੀ। ਜਿਹੜਾ ਹੁਣ ਜਾਮਾ ਬੰਤ ਜਿਹਨੂੰ ਭਾਲੂ ਵੀ ਕਹਿੰਦੇ ਨੇ, ਇਸ ਇਲਾਕੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਰਹਿਣ ਵਾਲਾ ਹੈ। ਤੇ ਕੇ ਨਾਮ ਸੋ ਨਗਰ ਉਚਾਰੀ। ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲਾ ਜੀ ਇਹ ਜਿਹੜਾ ਜੰਮੂ ਦਾ ਇਲਾਕਾ ਜੰਮੂ ਦਾ ਸ਼ਹਿਰ ਇਹ ਉਸ ਦੇ ਨਾਂ ਦੇ ਉੱਪਰ ਹੀ ਵਸਿਆ ਹੋਇਆ ਹੈ। ਵੱਡੀ ਗੁਫਾ ਜਿਸ ਮਹਿ ਤਿਸ ਬਾਸਾ। ਹੁਣ ਜਿਹੜਾ ਜਾਮਾਬੰਤ ਪਾਲੂ ਬਹੁਤ ਵੱਡੀ ਆਪਣੀ ਗੁਫਾ ਬਣਾ ਕਰਕੇ ਉਹਦੇ ਵਿੱਚ ਹੀ ਰਹਿੰਦਾ ਹੈ। ਚਿਰੰਕਾਲ ਜੀਵਿਓ ਬਲ ਰਾਸਾ। ਜਿਹਦੇ ਸਰੀਰ ਦੇ ਵਿੱਚ ਭਾਲੂ ਕਹਿੰਦੇ ਨੇ ਜਿਹਨੂੰ ਆਮ ਸ਼ਬਦਾਂ ਦੇ ਵਿੱਚ ਬੜਾ ਜ਼ੋਰ ਤੇ ਬਲ
ਇਹਦੇ ਅੰਦਰ ਭਰਿਆ ਹੋਇਆ ਹੈ। ਦੋਹਰਾ ਜਬ ਸ਼੍ਰੀ ਬਾਵਨ ਜੀ ਭਈ ਬਲ ਛਲਣੇ ਕੇ ਹੀਤ। ਔਰ ਜਦੋਂ ਰਾਜੇ ਬਲ ਨੇ 100 ਜਿਹੜਾ ਜੱਗ ਕਰ ਲਿਆ ਪੂਰਾ, ਇੱਕ ਬਾਕੀ ਜੱਗ ਰਹਿ ਗਿਆ, ਦੇ ਕਰਕੇ ਦੇਵਤਿਆਂ ਦੇ ਮਨ ਦੇ ਵਿੱਚ ਬੜੀ ਚਿੰਤਾ, ਬੜਾ ਫਿਕਰ ਤਾਂ ਪਹਿਲਾਂ ਤੋਂ ਹੀ ਉਹਨਾਂ ਦੇ ਅੰਦਰ ਪੈਦਾ ਹੁੰਦਾ ਆਇਆ। ਕਹਿਣ ਲੱਗੇ ਜੇ ਕਿਤੇ 101 ਜੱਗ ਹੋ ਗਿਆ ਪੂਰਾ, ਉਸੇ ਬਾਤ ਇਹਨੇ ਸੁਰਗ ਲੋਕ ਦਾ ਮਾਲਕ ਬਣ ਕੇ ਬਹਿ ਜਾਣਾ। ਜਿਹੜੀ ਇਹ ਸ਼ਾਸਤਰ ਮਰਜ਼ਾਦਾ ਹੈ ਵੀ ਕੋਈ ਵੀ 101 ਜਗ ਨਿਰਵਿਘਨਤਾ ਸਹਿਤ ਸੰਪੂਰਨ ਕਰ ਲਿਓ, ਫਿਰ ਉਹਨੂੰ ਸੁਰਗ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਿਣ ਲੱਗੇ ਇੱਕ ਜੱਗ ਰਹਿ ਗਿਆ, 100 ਤਾਂ ਕਰ ਲੈਣਾ ਇਹਨਾਂ ਨੇ। ਰਾਜੇ ਬਲ ਨੇ ਉਸ ਸਮੇਂ ਵਿਚਾਰੇ ਨਿੰਮੋ ਝੂਣੇ ਜਿਹੇ ਹੋ ਕੇ ਵਿਸ਼ਨੂੰ ਭਗਵਾਨ ਜੀ ਦੇ ਪਾਸ ਜਾ ਕਰਕੇ ਫਰਿਆਦਾਂ ਪੁਕਾਰਾਂ ਕੀਤੀਆਂ, ਭਗਵਾਨ ਇਹ ਤਾਂ ਪਹਿਲਾਂ ਹੀ ਮਾਨ ਨਹੀਂ, ਜੇ ਕਿਤੇ ਇਹਨਾਂ ਦਾ ਰਾਜ ਕਾਇਮ ਹੋ ਗਿਆ ਔਰ ਸਾਡੀ ਕਿਰਿਆ ਕਰਮ ਇਹਨਾਂ ਨੇ ਦੁਨੀਆ ਦੇ ਵਿੱਚੋਂ ਬੰਦੇ ਕਰ ਦੇਣੀ ਹੈ। ਨਾ ਕਿਸੇ ਨੇ ਵੈਦ ਪੜ੍ਹਨੇ, ਨਾ ਹਵਨ ਕਰਨੇ ਨੇ, ਉਲਟੀ ਮਰਜ਼ਾਦਾ ਪਹਿਲਾਂ ਤੋਂ ਹੀ ਚਲਾਉਂਦੇ ਆ ਰਹੇ ਹਨ। ਪਰ ਉਸ ਸਮੇਂ ਜਦੋਂ ਹੁਣ ਰਾਜੇ ਬਲ ਨੂੰ ਛਲਣ ਦੇ ਲਈ ਵਿਸ਼ਨੂੰ ਭਗਵਾਨ ਜੀ ਨੇ ਇੱਕ 52 ਉਂਗਲ ਦਾ ਰੂਪ ਧਾਰਨ ਕੀਤਾ ਸੀ। ਤੀਨ ਲੋਕ ਕਦਵੈ ਕਰਮ ਕਰ ਮਾਪੇ ਕਿਰਪਾ ਨਿਕੀਤ। ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜਗ ਕਰਾਵੇ। ਉਸ ਸਮੇਂ ਰਾਜਾ ਬਲ ਮਹਿਲਾਂ ਦੇ ਵਿੱਚ ਬਹਿ ਕਰਕੇ ਵੱਡੇ ਵੱਡੇ ਜਗ ਕਰਾ ਰਿਹਾ ਸੀ। ਉਸ ਸਮੇਂ ਫਿਰ ਵਿਸ਼ਨੂੰ ਭਗਵਾਨ ਜੀ ਨੇ ਕਹਿੰਦੇ ਕੋ ਗਰੀਬ ਬੜੇ ਪੰਡਤ ਦਾ ਰੂਪ ਧਾਰਨ ਕਰ ਲਿਆ। ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜਗ ਕਰਾਵੇ। ਉਸ ਬ੍ਰਾਹਮਣ ਗਰੀਬ ਨੂੰ ਪੁੱਛਣ ਲੱਗਿਆ, ਦੇਵਤਾ ਜੀ ਦੱਸੋ ਕੀ ਚਾਹੁੰਦੇ ਹੋ? ਉਹ ਕਹਿਣ ਲੱਗਿਆ ਵੀ ਦੇਖ, ਮੈਂ ਹਾਂ ਬੜਾ ਸਬਰ ਸੰਤੋਖ ਨੂੰ ਧਾਰਨ ਕਰਨ ਵਾਲਾ ਪੰਡਤ, ਮੈਨੂੰ ਜ਼ਿਆਦਾ ਮਾਇਆ ਦੀ ਰਾਜ ਭਾਗ ਦੀ ਤਾਂ ਲੋੜ ਨਹੀਂ ਹੈ। ਮੈਂ ਤੇਰੇ ਕੋਲੋਂ ਬਸ 2.5 ਕਰਮਾਂ ਜਿਹੜੀ ਆ ਧਰਤੀ ਮੰਗਣੀ ਚਾਹੁੰਦਾ, ਉੱਥੇ ਬਹਿ ਕੇ ਬੰਦਗੀ ਕਰਿਆ ਕਰੂੰ। ਪਰ ਜਦੋਂ ਹੁਣ ਰਾਜੇ ਬਲ ਨੇ ਚੋਲੀ ਛੱਡ ਦਿੱਤੀ, 52 ਭਗਵਾਨ ਜੀ ਨੇ ਆਪਣਾ ਇਤਨਾ ਸਰੀਰ ਵਧਾ ਲਿਆ। ਦੋਏ ਕਰਵਾ ਕਰ 3 ਲੋਕ ਪਿੱਛੋਂ ਦੇ ਲੈ ਤੇਰੇ ਲੋ ਨਾ ਮਾਵੇ। 52 ਭਗਵਾਨ ਜੀ ਨੇ ਇਤਨਾ ਜਿਸਮ ਵਧਾਇਆ ਆਪਣਾ, ਦੇ ਦਿਆਂ 2 ਕਰਮਾਂ 'ਚ 3 ਹੀ ਲੋਕ ਮਾਫ ਕਰ ਦਿੱਤੇ। ਉਸ ਸਮੇਂ ਰਾਜਾ ਬਲ ਕਹਿ ਲੱਗਿਆ ਵੀ ਦੇਖ, ਮੈਂ ਆਪਣੇ ਧਰਮ ਰੂਪੀ ਪ੍ਰਣ ਤੋਂ ਤਾਂ ਨਹੀਂ ਟਲਦਾ, ਜੋ ਤੈਂ ਮੈਂ ਤਾਂ ਵਰ ਮੰਗਿਆ ਉਹ ਮੈਂ ਦੇਤਾ, ਹੁਣ ਤਾਂ ਬਾਕੀ ਮੇਰਾ ਸਰੀਰ ਰਹਿ ਗਿਆ। ਉਸ ਸਮੇਂ 52 ਭਗਵਾਨ ਜੀ ਨੇ ਜਿਉਂ ਆਪਣਾ ਚਰਨ ਰੱਖਿਆ, ਇਹਨੂੰ ਪਤਾਲ ਲੋਕ ਦੇ ਵਿੱਚ ਭੇਜ ਦਿੱਤਾ ਵੀ ਇੱਥੇ ਤੈਂ ਬੈਠ ਕਰਕੇ ਰਾਜ ਕਰੀ ਜਾਣਾ। ਪਰ ਜਦੋਂ 52 ਭਗਵਾਨ ਜੀ ਨੇ ਆਪਣਾ ਇਹਨਾਂ ਦੇ ਚਰਨ ਪਹੁੰਚੇ ਬਰਮ ਲੋਕ ਦੇ ਵਿੱਚ, ਉਹਨਾਂ ਨੇ ਚਰਨਾਂ ਦਾ ਪਾਣੀ ਜਿਹੜਾ ਧੋ ਕਰਕੇ ਕਮੰਡਲ ਦੇ ਵਿੱਚ ਪਾ ਲਿਆ। ਉਹ ਤੋਂ ਕਹਿੰਦੇ ਫਿਰ ਆ ਜਿਹੜੀ ਗੰਗੈਵ ਮਾਤਲੋ ਦੀ ਧਰਤੀ 'ਤੇ ਆਈ ਸੀ। ਉਸ ਸਮੇਂ ਇਹ ਜਿਹੜਾ ਹੈ ਜਾਮਾਵੰਤ ਬਹੁਤ ਵੱਡੀ ਗੁਫਾ ਦੇ ਵਿੱਚ ਰਿਹਾ ਕਰਦਾ ਸੀ। ਇੱਕ ਦਫਾ ਜਿਹੜਾ ਸਤਰਾਜਿਤ ਯਾਦਵ, ਉਹਨੇ ਸੂਰਜ ਦੀ ਕਰਕੇ ਤਪੱਸਿਆ ਕਿਉਂ ਜੀ ਮਣੀ ਪ੍ਰਾਪਤ ਕਰ ਲਈ। ਇਉਂ ਲੱਗਦਾ ਸੀ ਵੀ ਜਿਵੇਂ
ਦੂਜਾ ਹੀ ਸੂਰਜ ਮਾਤਲੋ ਦੀ ਧਰਤੀ ਦੇ ਉੱਪਰ ਚੜ ਗਿਆ। 17 ਜਿਤ ਉਸ ਮਣੀ ਨੂੰ ਹਰ ਵਾਤ ਆਪਣੇ ਪ੍ਰਾਣਾਂ ਨਾਲੋਂ ਵੱਧ ਪਿਆਰੀ ਸਾਂਭ ਕੇ ਰੱਖਿਆ ਕਰਦਾ ਸੀ। ਇੱਕ ਦਿਨ ਅਚਾਨਕੀਏ ਲੈ ਕਰਕੇ ਮਣੀ ਨਾ ਭਗਵਾਨ ਕ੍ਰਿਸ਼ਨ ਜੀ ਦਾ ਦਰਸ਼ਨ ਕਰਨ ਵਾਸਤੇ ਚਲਿਆ ਗਿਆ। ਦੇਖ ਕੇ ਉਸ ਮਣੀ ਦੀ ਲਾਈਟ ਰੋਸ਼ਨੀ ਵੀ ਇਤਨਾ ਚਾਨਣਾ ਸੂਰ ਦੇ ਸਮਾਨ ਦਿਸ ਰਿਹਾ ਦਾ ਤਾਂ ਦੇ ਕਰਕੇ ਜ਼ਾਤਮਾ ਦੇ ਮਨ ਦੇ ਵਿੱਚ ਬੜਾ ਲਾਲਚ ਪੈਦਾ ਹੋ ਗਿਆ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹ ਤਾਂ ਮਣੀ ਆਪ ਦੇ ਪਾਸ ਹੀ ਸ਼ੋਭਾ ਪਾਉਂਦੀ ਹੈ। ਉਸ ਸਮੇਂ ਜਦੋਂ ਮੰਗੀ ਭਗਵਾਨ ਕ੍ਰਿਸ਼ਨ ਜੀ ਨੇ, ਸਤਰਾਜਿਤ ਨੇ ਜਵਾਬ ਤਾਂ ਨਹੀਂ ਕੋਈ ਦਿੱਤਾ, ਚੁੱਪ ਕਰਕੇ ਵਿਚਾਰਾ ਵਾਪਸ ਮੁੜ ਕੇ ਆ ਗਿਆ। ਇਹਨੇ ਸਾਰੀ ਜਿਹੜੀ ਗੱਲਬਾਤ ਆਪਣੇ ਭਰਾ ਪਰੇਸ਼ਾਨ ਨੂੰ ਦੱਸੀ ਵੀ ਮੇਰੇ ਕੋਲੋਂ ਭਗਵਾਨ ਕ੍ਰਿਸ਼ਨ ਜੀ ਆ ਮਣੀ ਮੰਗਦੇ ਸੀ। ਮੈਂ ਚੁੱਪ ਕਰਕੇ ਮੁੜਿਆ, ਜਵਾਬ ਤਾਂ ਨਹੀਂ ਕੋਈ ਦਿੱਤਾ। ਉਹ ਕਹਿਣ ਲੱਗੇ ਹੋ ਕਰ ਇਹ ਮਣੀ ਤੂੰ ਮੈਨੂੰ ਫੜਾ ਦੇ। ਫਿਰ ਭਗਵਾਨ ਕ੍ਰਿਸ਼ਨ ਜੀ ਕੋਈ ਪਤਾ ਨਹੀਂ ਧੱਕੇ ਨਾਲ ਤੇਰੇ ਕੋਲੋਂ ਖੋ ਵੀ ਸਕਦੇ ਹਨ। ਮਣੀ ਸਤਰਾਜਿਤ ਨੇ ਆਪਣੇ ਛੋਟੇ ਭਰਾ ਪਰੇਸ਼ਾਨ ਨੂੰ ਪਕੜਾ ਦਿੱਤੀ। ਇਹ ਵੀ ਉਸ ਮਣੀ ਨੂੰ ਪੁਰਾਣਾ ਤੋਂ ਵੱਧ ਆਪਣੇ ਕੋਲ ਸਾਂਭ ਕਰਕੇ ਰੱਖਿਆ ਕਰਦਾ ਸੀ। ਪਰ ਉਸ ਸਮੇਂ ਇਹਨਾਂ ਨੇ ਇੱਕ ਤਰ੍ਹਾਂ ਦਾ ਕਲੰਕ ਵੀ ਭਗਵਾਨ ਕ੍ਰਿਸ਼ਨ ਜੀ ਨੂੰ ਲੱਗ ਗਿਆ ਸੀ। ਜਦੋਂ ਉਹਨਾਂ ਨੇ ਚੌਥ ਵਾਲੇ ਦਿਨ ਚੰਦਰਮਾ ਦਾ ਕੀਤਾ ਦੀਦਾਰ, ਉਸ ਸਮੇਂ ਐਸੀ ਖਿਆਲ ਵਰਤੀ ਪਰੇਸ਼ਾਨ ਇਹ ਵੀ ਮਣੀ ਨੂੰ ਲੈ ਕਰਕੇ ਇੱਕ ਦਿਨ ਆਪਣਾ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਚਲਿਆ ਗਿਆ। ਘੋੜੇ 'ਤੇ ਹੋ ਕਰਕੇ ਸਵਾਰ, ਪਰ ਇਹਦਾ ਰਸਤੇ ਦੇ ਵਿੱਚ ਜਾਂਦਿਆਂ ਸ਼ੇਰ ਦੇ ਨਾਲ ਮੁਕਾਬਲਾ ਹੋਇਆ। ਉਹਨੇ ਪਰੇਸ਼ਾਨ ਨੂੰ ਮਾਰ ਕਰਕੇ ਇਹ ਜਿਹੜੀ ਮਣੀ ਉਹਨੇ ਆਪਣੀ ਪੱਗ ਦੇ ਵਿੱਚ ਲੁਕੋਈ ਹੋਈ ਸੀ ਵੀ ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ। ਮਣੀ ਵੀ ਆਪਣੀ ਪੱਗ ਦੇ ਵਿੱਚ ਲੁਕੋ ਕਰਕੇ ਸ਼ਿਕਾਰ ਖੇਡਣ ਚਲਿਆ ਗਿਆ। ਰਾਹ 'ਚ ਸ਼ੇਰ ਨੇ ਮਾਰਿਆ। ਜਦੋਂ ਸ਼ੇਰ ਨੇ ਦੇਖਿਆ ਵੀ ਸ਼ਾਇਦ ਇਹ ਕੋਈ ਖਾਣ ਵਾਲੀ ਚੀਜ਼ ਹੋਊ, ਸਣੇ ਪੱਗ ਮਣੀ ਲੈ ਕੇ ਉਹ ਅੱਗੇ ਨੂੰ ਚੱਲ ਪਿਆ। ਜਾਂਦਿਆਂ ਜਿਹੜਾ ਜਾਮਾਵੰਤ ਭਾਲੂ ਇਹਦੀ ਆਪਸ ਵਿੱਚ ਹੀ ਲੜਾਈ ਹੋ ਗਈ। ਜਾਮਾਵੰਤ ਨੇ ਵੀ ਸ਼ੇਰ ਨੂੰ ਮਾਰ ਕਰਕੇ ਉਹ ਪੱਗ ਤੇ ਮਣੀ ਦੋਵੇਂ ਚੀਜ਼ਾਂ ਲੈ ਕਰਕੇ ਆਪਣੀ ਗੁਫਾ ਦੇ ਵਿੱਚ ਪਹੁੰਚ ਗਿਆ ਸੀ। ਪਰ ਜਦੋਂ ਸਤਰਾਜਿਤ ਨੇ ਦੇਖਿਆ ਵੀ ਮੇਰਾ ਭਰਾ ਅੱਜ ਜੰਗਲਾਂ 'ਚੋਂ ਸ਼ਿਕਾਰ ਖੇਡ ਕੇ ਵਾਪਸ ਪਤਾ ਨਹੀਂ ਕਿਉਂ ਨਹੀਂ ਆਇਆ, ਕੀ ਗੱਲ ਹੋ ਗਈ, ਰਾਹ 'ਚ ਕੋਈ ਐਸੀ। ਉਸ ਸਮੇਂ ਇਹਨਾਂ ਨੇ ਆਪਣੇ ਵੱਲੋਂ ਫਿਰ ਭਗਵਾਨ ਜੀ 'ਤੇ ਕਲੰਕ ਲਗਾਦਾ ਵੀ। ਸਤਰਾਜਿਤ ਸੋਚਣ ਲੱਗ ਪਿਆ ਵੀ ਮਣੀ ਦੇ ਲਾਲਚ ਬਦਲੇ ਨਾ ਉਹਨੇ ਮੇਰੇ ਭਰਾ ਨੂੰ ਮਰਵਾ ਦਿੱਤਾ। ਪਹਿਲਾਂ ਇਹ ਗੱਲਾਂ ਬਾਤਾਂ ਆਪਣੇ ਇਹਨਾਂ ਦੇ ਮਹਿਲਾਂ 'ਚ ਹੀ ਹੁੰਦੀਆਂ ਸੀ। ਅੱਗੇ ਤੋਂ ਅੱਗੇ ਇਹਨਾਂ ਦੇ ਘਰ ਵਾਲੀਆਂ ਨੇ ਸਹੇਲੀਆਂ ਨੂੰ ਦੱਸ ਦਿੱਤਾ ਵੀ ਸਾਡੇ ਪਰਿਵਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ ਵੀ ਸ਼ਾਇਦ ਸਤਰਾਜਿਤ ਦੇ ਭਰਾ ਪਰੇਸ਼ਾਨ ਨੂੰ ਭਗਵਾਨ ਨੇ ਮਣੀ ਦੇ ਲਾਲ ਦੇ ਵਿੱਚ ਮਰਵਾ ਦਿੱਤਾ। ਇਹ ਚਲਦਿਆਂ ਗੱਲ ਭਗਵਾਨ ਜੀ ਕੋਲ ਪਹੁੰਚ ਗਈ। ਉਹ ਸੋਚਣ ਲੱਗੇ ਵੀ ਅਸੀਂ ਮਣੀ ਦੇ ਬਦਲੇ ਉਹਨੂੰ ਮਰਵਾ ਕਰਕੇ ਲੈਣਾ ਕੀ ਹੈ, ਤਾਂ ਐਵੇਂ ਸਾਡੇ ਉੱਪਰ ਇੱਕ ਤਰ੍ਹਾਂ ਦਾ ਕਲੰਕ ਲਗਾ ਰਹੇ ਹਨ। ਜਦੋਂ ਹੁਣ ਭਗਵਾਨ ਕ੍ਰਿਸ਼ਨ ਜੀ ਲੱਭਦਿਆਂ ਚਲੇ ਗਏ,
ਪਹਾੜਾਂ 'ਚ ਦੇ ਲਿਆ। ਅੱਗੇ ਜਾਮਾਵੰਤ ਭਾਲੂ ਉਹਦੇ ਨਾਲ ਬੜਾ ਭਾਰੀ ਜੰਗ ਹੋਣ ਲੱਗ ਪਿਆ ਸੀ। ਚੌਪਈ 2100 ਇਹਨਾਂ ਪ੍ਰਦਛਨ ਦੀਨੀ। ਸਤਿਗੁਰੂ ਜੀ ਕਹਿਣ ਲੱਗੇ ਵੀ ਇਤਨਾ ਹੈ ਬਲਵਾਨ ਹੈ ਨਾ, ਜਿਹਨੂੰ ਭਾਲੂ ਕਹਿ ਦਿੰਦੇ ਹਨ। 21 ਵਾਰੀ 52 ਭਗਵਾਨ ਦੀਆਂ ਨੇ ਥੋੜ੍ਹੇ ਸਮੇਂ ਦੇ ਵਿੱਚ ਪਰਿਕਰਮਾ ਕਰਤੀਆਂ। ਏਕ ਮਹੂਰਤ ਮਹਿ ਕਰ ਲੀਨੀ। ਇੱਕ ਮਹੂਰਤ ਅੱਧਾ ਕੁ ਘੰਟਾ ਅੱਧਾ ਹੁੰਦਾ ਹੈ। ਇਤਨੇ ਟਾਈਮ ਦੇ ਅੰਦਰ ਅੰਦਰ 21 ਪਰਿਕਰਮਾ ਇਹਨੇ ਬੜੀ ਜ਼ੋਰ ਦੇ ਨਾਲ 52 ਭਗਵਾਨ ਦੀਆਂ ਕਰ ਦਿੱਤੀਆਂ ਸਨ। ਮਹਾਬਲੀ ਸੋ ਬੇਗ ਵੱਢ ਜਾਮੈ। ਹੁਣ ਜਿਹਦੇ ਜਿਸਮ ਦੇ ਵਿੱਚ ਬੜੀ ਤੇਜ਼ ਬੜਾ ਇਤਨਾ ਬੈਗ ਭਰਿਆ ਹੋਇਆ ਸੀ। ਇਤੋ ਬਲ ਕਹੀਏ ਕਹ ਕਾ ਮੈਂ। ਸਤਿਗੁਰੂ ਜੀ ਕਹਿਣ ਲੱਗੇ ਵੀ ਇਤਨਾ ਬਲ ਇਤਨਾ ਜ਼ੋਰ ਹਰੇਕ ਦੇ ਸਰੀਰ ਦੇ ਵਿੱਚ ਤਾਂ ਪਾਇਆ ਨਹੀਂ ਨਾ ਜਾਂਦਾ ਹੈ। ਪੁੰਨ ਸ਼੍ਰੀ ਰਾਮਚੰਦ ਜਗ ਹੋਈ। ਉਹ ਤੋਂ ਬਾਅਦ ਜਦੋਂ ਭਗਵਾਨ ਰਾਮਚੰਦਰ ਜੀ ਉਹਨਾਂ ਨੇ ਵੀ ਜੀਵਾਂ ਦੇ ਭਲੇ ਵਾਸਤੇ ਅਵਤਾਰ ਧਾਰਨ ਕੀਤਾ ਹੈ। ਜਿਨ ਨਿਜ ਭਗਤਨ ਕੇ ਦੁਖ ਖੋਈ। ਉਹਨਾਂ ਨੇ ਵੀ ਆਪਣੇ ਭਗਤਾਂ ਸੇਵਕਾਂ ਦਾਸਾਂ ਦੇ ਬੜੇ ਦੁੱਖ ਦੂਰ ਕੀਤੇ। ਤ੍ਰੇਤਾ ਯੁੱਗ ਦੇ ਵਿੱਚ ਤਿਨ ਕੇ ਸੰਗ ਲੰਕ ਮਹਿ ਗਇਓ। ਉਸ ਸਮੇਂ ਇਹ ਜਿਹੜਾ ਜਾਮਾਵੰਤ ਭਗਵਾਨ ਰਾਮਚੰਦਰ ਜੀ ਦੇ ਨਾਲ ਲੰਕਾ ਦੇ ਵਿੱਚ ਰਾਵਣ ਨੂੰ ਵੀ ਮਾਰਨ ਵਾਸਤੇ ਗਿਆ ਸੀ। ਅਦਕ ਜੁੱਧ ਤਹ ਹੋਬਤ ਭਇਓ। ਉੱਥੇ ਵੀ ਇਹਨੇ ਬੜੀ ਬਹਾਦਰੀ ਦੇ ਨਾਲ ਵੱਡੇ ਵੱਡੇ ਦੈਂਤਾਂ ਰਾਖਸ਼ਾਂ ਦਾ ਅੱਗੇ ਹੋ ਕੇ ਮੁਕਾਬਲਾ ਕੀਤਾ। ਕਰਿਓ ਪਰਾਕਰਮ ਰਨ ਮਹਿ ਭਾਰੀ। ਯੋਧੇ ਵਿੱਚ ਬੜੇ ਜ਼ੋਰ ਬੜੀ ਇਹਨੇ ਆਪਣੀ ਤਾਕਤ ਲਗਾਈ ਸੀ। ਹਤੇ ਨਿਸ਼ਾਚਰ ਅਤ ਬਲਕਾਰੀ। ਜਾਮਾਵੰਤ ਭਾਲੂ ਨੇ ਆਪਣੇ ਬਲ ਆਪਣੇ ਜ਼ੋਰ ਦਾ ਪਤਾ ਨਹੀਂ ਕਿਤਨੇ ਕੱਢੇ ਵੱਡੇ ਵੱਡੇ ਰਾਖਸ਼ਾਂ ਦਾ ਨਾਸ਼ ਕੀਤਾ। ਦੁਆਪਰ ਭਈ ਕ੍ਰਿਸ਼ਨ ਅਵਤਾਰਾ। ਫਿਰ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਤ ਕੀਓ। ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਦੁਆਪਰ ਯੁੱਗ ਦੇ ਵਿੱਚ ਅਵਤਾਰ ਧਾਰਨ ਕੀਤਾ ਹੈ। ਧਰਨੀ ਹੇਤ ਨਿਵਾਰਨ ਭਾਰਾ। ਕਾਹਦੇ ਵਾਸਤੇ? ਆ ਜਿਹੜੀ ਧਰਤੀ ਦੇ ਉੱਪਰ ਬੜਾ ਪਾਪਾਂ ਦਾ ਪਾਰ ਚਾਰੇ ਪਾਸੇ ਵੱਧ ਗਿਆ, ਉਸ ਨੂੰ ਨਾਸ਼ ਕਰਨ ਦੇ ਲਈ ਫਿਰ ਅਕਾਲ ਪੁਰਖ ਵਾਹਿਗੁਰੂ ਸਮੇਂ ਸਮੇਂ ਦੇ ਮੁਤਾਬਕ ਕੋਈ ਨਾ ਕੋਈ ਪੀਰ ਪਕੰਬਰ ਔਲਿਆ ਅਵਤਾਰ ਸੰਸਾਰ ਦੇ ਵਿੱਚ ਪੈਦਾ ਹੀ ਰਹਿੰਦਾ ਹੈ। ਮਨ ਖੋਜਨ ਹਿਤ ਚੱਲ ਕੇ ਆਈ। ਉਸ ਪ੍ਰਸੰਗ ਦੇ ਬਾਰੇ ਕਵੀ ਜੀ ਨੇ ਭਾਵੇਂ ਸੰਖੇਪ ਤੌਰ ਤੇ ਹੀ ਬਚਨ ਕੀਤੇ ਹਨ, ਪਰ ਜਦੋਂ ਇਹ ਖਬਰ ਹੌਲੀ ਹੌਲੀ ਉਹਨਾਂ ਦੇ ਘਰ ਵਾਲੀਆਂ ਤੋਂ ਸਹੇਲੀਆਂ ਦੇ ਪਾਸ ਪਹੁੰਚੀ, ਸਹੇਲੀਆਂ ਨੇ ਅੱਗੇ ਤੋਂ ਅੱਗੇ ਆਪਣੀਆਂ ਸਹੇਲੀਆਂ ਦੇ ਪਾਸ ਗੱਲਬਾਤ ਕਰਤੀ ਵੀ ਇਹੋ ਜੀ ਵਿਚਾਰ ਸਾਡੇ ਪਰਿਵਾਰਾਂ ਦੇ ਵਿੱਚ ਚੱਲ ਰਹੀ ਹੈ ਵੀ ਸ਼ਾਇਦ ਭਗਵਾਨ ਕ੍ਰਿਸ਼ਨ ਜੀ ਨੇ ਉਸ ਮਣੀ ਦਾ ਜਿਹੜਾ ਲਾਲਚ ਧਾਰਨ ਕਰਦੇ ਹੋਇਆ ਸਤਰਾਜਿਤ ਦਾ ਜਿਹੜਾ ਭਰਾ ਪਰੇਸ਼ਾਨ ਉਹਨੂੰ ਮਰਵਾਤਾ ਹੈ। ਜਾਮਵੰਤ ਦੇਖਿਓ ਇਹ ਥਾਈ। ਜਦੋਂ ਮਣੀ ਲੱਭਦਿਆਂ ਭਗਵਾਨ ਕ੍ਰਿਸ਼ਨ ਜੀ ਦਾ ਇਸ ਥਾਂ ਦੇ ਫਿਰ ਜਾਮਾਵੰਤ ਭਾਲੂ ਦੇ ਪਾਸ ਪਹੁੰਚੇ ਸਨ। ਲੱਗੇ ਕਰਨਾ ਮਿਲ ਕੇ ਸੰਗਰਾਮਾ। ਕਹਿ ਲਿਆ ਵੀ ਇਹ ਮਣੀ ਤਾਂ ਇਹ ਆਪਣੀ ਗੁਫਾ ਦੇ ਵਿੱਚ ਲੁਕੋ ਕਰਕੇ ਬੈਠਾ ਨਾ, ਉਸੇ ਵਾਸਤੇ ਇਹਨੇ ਫਿਰ ਗੁਫਾ ਤੋਂ ਬਾਹਰ ਆ ਕੇ ਭਗਵਾਨ ਜੀ ਦੇ ਨਾਲ ਜੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਧੁੰਦ ਜੁੱਧ ਅਤਿਸ਼ ਬਲ ਤਾਮਾ। ਹੁਣ ਦੋਵੇਂ ਬੜੇ ਬਲਵਾਨ ਯੋਧੇ ਬਹਾਦਰ ਹਨ, ਇੱਕ ਦੂਜੇ ਦੇ ਨਾਲ ਡਟ ਕਰਕੇ ਬੜਾ ਯੁੱਧ ਕਰਨ ਲੱਗ ਪਏ ਹਨ। ਨਹੀਂ ਪਰਾਜੈ ਕਿਸ ਦਿਸ਼ ਹੋਈ। ਪਰ ਦੋਵੇਂ ਪਾਸਿਆਂ ਤੋਂ ਜਿੱਤ ਕਿਸੇ ਦੀ ਨਹੀਂ ਹੋਈ, ਨਾ ਕੋਈ
ਹਾਰਨ ਦੇ ਵਿੱਚ ਆਉਂਦਾ ਹੈ। ਦਿਵਸ ਅਸ਼ਟ ਬਿੰਸਤ ਭਟ ਦੋਈ। ਦੋਵੇਂ ਜੋਧੇ ਸੂਰਮੇ, ਇੱਕ ਪਾਸੇ ਭਗਵਾਨ ਕ੍ਰਿਸ਼ਨ ਜੀ, ਦੂਜੇ ਪਾਸੇ ਜਾਮਾਵੰਤ ਭਾਲੂ। ਇਹਨਾਂ ਨੂੰ ਲੜਦਿਆਂ ਜਦੋਂ 28 ਦਿਨ ਉਸੇ ਤਰ੍ਹਾਂ ਬਤੀਤ ਹੋ ਗਏ। ਲੜਤਿਓ ਜਬੈ ਵਿਜੈ ਨਹਿ ਪਾਵਾ। ਵਾਲਾ ਯੁੱਧ ਜਾ ਕਰਦਿਆਂ ਫਤਿਹ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋ ਰਹੀ ਹੈ। ਰਾਮ ਵੇਖ ਸ਼੍ਰੀ ਕ੍ਰਿਸ਼ਨ ਬਨਾਵਾ। ਅਖੀਰ ਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਦੇ ਉੱਪਰ ਬੜੀ ਸ਼ਰਧਾ ਭਾਵਨ ਧਾਰਨ ਕਰਨ ਵਾਲੇ ਨੇ, ਉਸੇ ਵਕਤ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਰੂਪ ਹੀ ਬਦਲ ਲਿਆ ਹੈ। ਦੋਹਰਾ ਦੇਖ ਰੂਪ ਸ਼੍ਰੀ ਰਾਮ ਕੋ ਤਤਸ਼ਨ ਪਗ ਲਪਟਾਈ। ਹੁਣ ਜਦੋਂ ਇਹਨੇ ਸਾਹਮਣੇ ਭਗਵਾਨ ਰਾਮਚੰਦਰ ਜੀ ਦੇ ਕਰ ਲੈ ਦਰਸ਼ਨ, ਉਸੇ ਵਕਤ ਜਾ ਕਰਕੇ ਚਰਨ ਪਕੜੇ ਸੀ ਜਾਮਾਵੰਤ ਭਾਲੋ ਨੇ। ਮਨ ਤਨ ਜਾਦੀ ਆਪਣੀ ਭੋਲ ਲਈ ਬਖਸ਼ਾਈ। ਮਣੀ ਦੇ ਸਮੇਤ ਆਪ ਦੀ ਜਿਹੜੀ ਸ਼ਹਿਜ਼ਾਦੀ ਹੈ ਉਹਦਾ ਵਿਆਹ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਕਰਤਾ। ਜਿਹੜੀ ਉਹ ਮਣੀ ਗੁਫਾ ਦੇ ਵਿੱਚ ਪ੍ਰਾਪਤ ਹੋਈ, ਉਹ ਆਪਣੇ ਦਾਦ ਦੇ ਵੱਲੋਂ ਦੇ ਦਿੱਤੀ ਹੈ। ਚੌਪਈ ਤਬ ਸ਼੍ਰੀ ਕ੍ਰਿਸ਼ਨ ਦਵਾਰਕਾ ਗਇਓ। ਉਸ ਸਮੇਂ ਫਿਰ ਜਦੋਂ ਭਗਵਾਨ ਕ੍ਰਿਸ਼ਨ ਜੀ ਦਵਾਰਕਾ ਵਾਪਸ ਗਏ ਸਨ, ਜਾਮਵੰਤ ਤੇ ਜੰਮੂ ਪਇਓ। ਫਿਰ ਇਸ ਜਾਮਾਵੰਤ ਦੇ ਨਾਂ ਤੋਂ ਇਸ ਇਲਾਕੇ ਦਾ ਜਿਹੜਾ ਨਾਮ ਜੰਮੂ ਪੈ ਗਿਆ ਹੈ। ਭਗਵਾਨ ਕ੍ਰਿਸ਼ਨ ਜੀ ਨੇ ਬੁਲਾ ਕਰਕੇ ਜਦੋਂ ਸਾਰੀ ਵਾਰਤਾ ਸਤਰਾਜਿਤ ਨੂੰ ਦਿਖਾਈ, ਆ ਵੀ ਦੇਖ ਜੰਗਲ ਦੇ ਵਿੱਚ ਤੇਰੇ ਭਰਾ ਦੀ ਮੌਤ ਹੋਈ ਹੈ। ਸ਼ੇਰ ਦੇ ਨਾਲ ਲੜਦਿਆਂ ਪੈੜ ਵੀ ਦਿਖਾਤੀ, ਉਹਦਾ ਸਰੀਰ ਵੀ ਬਿਆਵਾਨਾਂ 'ਚ ਪਿਆ ਹੋਇਆ ਸਾਹਮਣੇ ਮਿਲ ਗਿਆ। ਜਦੋਂ ਉਸੇ ਤਰ੍ਹਾਂ ਪੈੜ ਲੱਭਦਿਆਂ ਅੱਗੇ ਤੋਂ ਅੱਗੇ ਸ਼ੇਰ ਦਾ ਮੁਕਾਬਲਾ ਜਾਮਾਵੰਤ ਭਾਲੂ ਦੇ ਨਾਲ ਹੋਇਆ। ਜਿਵੇਂ ਇਹ ਮਣੀ ਫਿਰ ਭਗਵਾਨ ਕ੍ਰਿਸ਼ਨ ਜੀ ਦੇ ਹੱਥਾਂ ਦੇ ਵਿੱਚ ਆਈ, ਕਹਿਣ ਲੱਗੇ ਤੁਸੀਂ ਐਵੇਂ ਸਾਡੇ ਉੱਪਰ ਇੱਕ ਤਰ੍ਹਾਂ ਦਾ ਕਲੰਕ, ਬੜਾ ਦੋਸ਼ ਮੜਨ ਲੱਗਿਆ ਸੀ ਵੀ ਮੇਰੇ ਭਰਾ ਨੂੰ ਭਗਵਾਨ ਜੀ ਨੇ ਮਣੀ ਦੇ ਲਾਲ ਦੇ ਵਿੱਚ ਆ ਕਰਕੇ ਮਰਵਾ ਦਿੱਤਾ ਹੈ। ਭਗਵਾਨ ਕ੍ਰਿਸ਼ਨ ਜੀ ਕਹਿ ਲਗੇ ਚੱਕ ਆਪਣੀ ਮਣੀ, ਅਸੀਂ ਉਹ ਜੀਆਂ ਮਣੀਆਂ ਤੋਂ ਲੈਣਾ ਕੀ ਹੈ। ਇਹ ਦੇ ਕਰਕੇ ਜਿਹੜਾ ਸਤਰਾਜਿਤ ਬੜਾ ਸ਼ਰਮਸ਼ਾਰ ਹੋ ਗਿਆ ਵੀ ਦੇਖੋ ਮੈਂ ਐਵੇਂ ਹੀ ਬਿਨਾਂ ਸੋਚੇ ਸਮਝੇ ਭਗਵਾਨ ਜੀ ਦੇ ਉੱਪਰ ਆਪਣਾ ਇਲਜ਼ਾਮ ਲਗਾਇਆ। ਉਹਨੇ ਵਿਚਾਰੇ ਨੇ ਸ਼ਰਮ ਦੇ ਮਾਰਿਆਂ ਜਿਹੜੀ ਹੈ ਸਤ ਭਾਮਾ ਉਹਦਾ ਵਿਆਹ ਦੇ ਕਰਕੇ ਮਣੀ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਕਰਤਾ। ਉਹ ਜਿਹੜੀ ਮਣੀ ਹੈ ਫਿਰ ਸਤਰਾਜਿਤ ਨੇ ਆਪਣੇ ਵੱਲੋਂ ਦਾਤ ਦੇ ਤੌਰ ਤੇ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ 'ਚ ਭੇਟਾ ਕੀਤੀ। ਇਹ ਜਿਹੜਾ ਜਾਮਾਵੰਤ ਭਾਲੂ ਉਸੇ ਤਰ੍ਹਾਂ ਇਸ ਇਲਾਕੇ ਦੇ ਵਿੱਚ ਰਹਿੰਦਾ ਸੀ। ਜਾਮਵੰਤ ਤੇ ਜੰਮੂ ਪਇਓ। ਸਤਿਗੁਰੂ ਜੀ ਨੇ ਸਾਰੀ ਜਿਹੜੀ ਵਾਰਤਾ ਸੁਣਾਈ ਵੀ ਕਿਵੇਂ ਜਾਮਾਵੰਤ ਭਾਲੂ ਬੜਾ ਚਿਰੰਜੀਵੀ ਹੋਇਆ, ਜਿਸੋਂ ਦੇ ਵਿੱਚ ਬੜਾ ਬਲ, ਬੜੀ ਚੀਜ਼ ਹੈ ਤਾਕਤ ਭਰੀ ਹੋਈ ਸੀ। ਇਸ ਵਿਦ ਕਰਤਿਓ ਬਚਨ ਵਿਲਾਸਾ। ਇਹ ਜਦੋਂ ਸਤਿਗੁਰੂ ਜੀ ਨੇ ਦੱਸਿਆ ਵੀ ਉਸ ਦੇ ਨਾਮ ਤੋਂ ਹੀ ਇਸ ਪਹਾੜੀ ਇਲਾਕੇ ਨੂੰ ਫਿਰ ਜੰਮੂ ਕਹਿਣ ਲੱਗ ਪਏ ਹਨ। ਇਸ ਵਿਦ ਕਰਤਿਓ ਬਚਨ ਵਿਲਾਸਾ। ਇਹ ਸਤਿਗੁਰੂ ਜੀ ਨੇ ਬਚਨ ਵਿਲਾਸ ਕਰਦੇ ਹੋਇਆ ਜਦੋਂ ਕੁਝ ਕੁ ਟਾਈਮ ਬਤੀਤ ਕੀਤਾ। ਦਿਵਸ ਬਿਤਾਈ ਦਵੈ ਸੁਖ ਰਾਸਾ। ਇਸ ਥਾਂ ਤੇ ਸੁੱਖਾਂ ਦੀ ਖਾਨ
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਹਿੰਦਿਆਂ ਹੋਇਆਂ 2 ਦਿਨ ਬਤੀਤ ਕੀਤੇ। ਗੁਰ ਮਿਲ ਕੇਤਕ ਨਰ ਹਰ ਖਾਈ। ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਗੁਰੂ ਬਾਬਾ ਜੀ ਦੇ ਦਾਗੇ ਕਰ ਲਿਆ ਦਰਸ਼ਨ, ਉਹਨਾਂ ਦੇ ਮਨ ਦੇ ਵਿੱਚ ਬੜਾ ਖੇੜਾ, ਬੜੇ ਆਨੰਦ ਆਪਣੇ ਆਪ ਹੀ ਪੈਦਾ ਹੋ ਜਾਂਦੇ। ਜਿਹੜਾ ਵੀ ਆ ਕੇ ਗੁਰੂ ਬਾਬਾ ਜੀ ਦਾ ਇੱਕ ਵਾਰੀ ਵੀ ਦਰਸ਼ਨ ਕਰ ਲੈਂਦਾ। ਜਾਏ ਭੋਪ ਢਿੱਗ ਬੈਨ ਸੁਨਾਈ। ਕਿਸੇ ਨੇ ਇਹ ਸਾਰੀ ਜਿਹੜੀ ਵਾਰਤਾ ਇਸ ਇਲਾਕੇ ਦੇ ਰਾਜੇ ਦੇ ਪਾਸ ਜਾ ਕਰਕੇ ਦੱਸ ਦਿੱਤੀ ਹੈ। ਬਹਿਰ ਤਪਾ ਸ਼੍ਰੀ ਨਾਨਕ ਆਵਾ। ਵੀ ਦੇਖੋ ਆਪਣੇ ਸ਼ਹਿਰ ਤੋਂ ਬਾਹਰਲੇ ਪਾਸੇ ਥੋੜੀ ਦੂਰੀ ਤੇ ਨਾਨਕ ਤਪਾ ਜੀ ਆਪਣੇ ਸੇਵਕਾਂ ਦੇ ਸਮੇਤ ਪਹੁੰਚ ਗਏ, ਜਿਨ੍ਹਾਂ ਦਾ ਤੇਜ ਪ੍ਰਤਾਪ ਧਰਤੀ ਦੇ ਕੋਨੇ-ਕੋਨੇ ਤੇ ਚਾਰੇ ਪਾਸੇ ਫੈਲਿਆ ਹੋਇਆ ਹੈ। ਜਿਸ ਕੋ ਜਸ ਜਗ ਮਹਿ ਬਹੁ ਛਾਵਾ। ਕਹਿ ਲੱਗੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਡਿਆਈ ਤਾਂ ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਹੀ ਫੈਲ ਚੁੱਕੀ ਹੈ। ਸੁਣਤ ਨਗਨ ਪਗ ਤੂਰਨ ਆਵਾ। ਸੁਣਨ ਅਨੁਸਾਰ ਰਾਜਾ ਨੰਗੇ ਪੈਰੀ ਉਸੇ ਵਕਤ ਗੁਰੂ ਬਾਬਾ ਜੀ ਦਾ ਦਰਸ਼ਨ ਕਰਨ ਦੇ ਲਈ ਤਿਆਰ ਹੋ ਗਿਆ। ਉਤਮ ਬਹੁਤ ਉਪਾਇਨ ਲਿਆਇਓ। ਬੜੇ ਇਹੋ ਜਿਹੇ ਅਮੋਲਕ ਪਦਾਰਥ ਚੀਜ਼ਾਂ ਹੀਰੇ ਜਵਾਹਰਾਤ ਇਹਨੇ ਭੇਟਾ ਕਰਨ ਦੇ ਲਈ ਥਾਲ ਭਰ ਲਏ ਹੈ। ਦੀਨ ਹੋਏ ਪਦ ਬੰਧਨ ਕੀਨੀ। ਜਦੋਂ ਸਤਿਗੁਰੂ ਜੀ ਦੇ ਚਰਨਾਂ ਤੇ ਬੜੀ ਨਿਮਰਤਾ ਗਰੀਬੀ ਧਾਰਨ ਕਰਕੇ ਨੇ ਆ ਕੇ ਮੱਥਾ ਟੇਕਿਆ। ਬਿਨੈ ਭਨੀ ਭੇਟਾਂ ਧਰ ਦੀਨੀ। ਸਾਰੀ ਰਾ ਕਰਕੇ ਭੇਟਾ ਫਿਰ ਇਹਨੇ ਵੀ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਵਾਰ-ਵਾਰ ਬੇਨਤੀਆਂ ਕੀਤੀਆਂ। ਦੋਹਰਾ ਪੂਰਨ ਸ਼੍ਰੀ ਸਤਿਗੁਰ ਤੁਹੀ ਦੀਜੈ ਨਿਜ ਉਪਦੇਸ਼। ਕਹਿ ਲੱਗਿਆ ਗਰੀਬ ਨਵਾਜ ਆਪ ਦੇ ਤੇਜ ਪ੍ਰਤਾਪ ਬਾਰੇ ਮੈਨੂੰ ਤਾਂ ਹੁਣੀ ਆ ਨੌਕਰਾਂ ਚਾਕਰਾਂ ਦੇ ਕੋਲੋਂ ਪਤਾ ਲੱਗਿਆ। ਗਹੀ ਚਰਨ ਕੀ ਸ਼ਰਨ ਮੈਂ ਸਿੱਖ ਕਰੋ ਜਗਤੀਸ਼। ਵੀ ਆਪ ਨੇ ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਪਰਮਾਤਮਾ ਦਾ ਰੂਪ ਹੀ ਧਾਰਨ ਕੀਤਾ ਹੁੰਦਾ ਹੈ। ਦੋਵੇਂ ਹੱਥ ਜੋੜ ਕਰਕੇ ਨੇ ਵੀ ਫਿਰ ਉਪਦੇਸ਼ ਪ੍ਰਾਪਤ ਕਰਨ ਲੈਣ ਲਈ ਬੇਨਤੀ ਕਰ ਦਿੱਤੀ। ਜਿਹੜਾ ਵੀ ਕੋਈ ਸਤਿਗੁਰੂ ਜੀ ਦਾ ਨੇਤਰ ਭਰ ਕੇ ਦਰਸ਼ਨ ਕਰ ਲੈਂਦਾ, ਉਸੇ ਵਕਤ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਗਿਆਨ ਜਾਂ ਚਾਨਣਾ ਜਾਂ ਆਪਣੇ ਆਪ ਹੀ ਹੋ ਜਾਂਦਾ ਸੀ ਵੀ ਤਾਂ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਵੀ ਜਿਵੇਂ ਨਿਰਗੁਣ ਪ੍ਰਭੂ ਨੇ ਆਪਣਾ ਜਿਹੜਾ ਇੱਕ ਸਰਗੁਣ ਰੂਪ ਧਾਰਨ ਕੀਤਾ ਹੋਇਆ ਹੈ। ਚੌਪਈ ਸੁਨਤ ਬਿਨੈ ਕਰ ਦਇਆ ਕਿਰਪਾਲਾ। ਜਦੋਂ ਰਾਜੇ ਨੇ ਬਾਰ-ਬਾਰ ਬੇਨਤੀਆਂ ਜੋਦੜੀਆਂ ਕੀਤੀਆਂ ਗੁਰੂ ਬਾਬਾ ਜੀ ਦੇ ਚਰਨਾਂ 'ਚ, ਸੁਖ ਨਿਧ ਬੋਲੇ ਬਚਨ ਰਸਾਲਾ। ਉਸ ਸਮੇਂ ਸੁੱਖਾਂ ਦੀ ਨਿਧੀ ਦਇਆ ਦੇ ਸਾਗਰ ਰਸਾਲਾ ਇਹੋ ਜਿਹੇ ਜਦੋਂ ਅੰਮ੍ਰਿਤ ਦੇ ਸਮਾਨ ਬੜੇ ਮਿੱਠੇ ਕੋਮਲ ਵਚਨ ਕੀ ਤੇਰਾ ਸੁਨਾ ਤੋਂ ਕੀਜੈ ਸਦਾ ਧਰਮ ਕੋ ਨਿਆਉ। ਸਤਿਗੁਰੂ ਜੀ ਕਹਿਣ ਲੱਗੇ ਰਾਜਨ ਰਾਜੇ ਚੁਲੀ ਨੇ ਆਪ ਕੀ ਤੇਰੇ ਵਾਸਤੇ ਸਾਰਿਆਂ ਨਾਲੋਂ ਵੱਡੀ ਸੇਵਾ ਇਹੀ ਹੈ ਵੀ ਤੈਂ ਹਮੇਸ਼ਾ ਵਾਸਤੇ ਕੋਈ ਵੀ ਆ ਗਿਆ, ਗਰੀਬ ਹੈ ਅਮੀਰ ਹੈ ਬਾਦਸ਼ਾਹ ਕੰਗਾਲਾ ਹਰੇਕ ਦਾ ਤੈਂ ਸੱਚਾ ਨਿਆਂ ਕਰਨਾ। ਅਗਰ ਸੱਚਾ ਨਿਆਂ ਕਰੇਗਾ ਪਬਲਿਕ ਦੇ ਨਾਲ ਜਿਹੜੇ ਵੀ ਕਰਦੇ ਨੇ ਉਹਨਾਂ ਰਾਜੇ ਮਹਾਰਾਜਿਆਂ ਦੀਆਂ ਆ ਜਿਹੜੀਆਂ ਰਾਜ ਭਾਗ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਪੱਕੀਆਂ ਹੋ ਜਾਂਦੀਆਂ ਨੇ। ਜਿਨ੍ਹਾਂ ਨੇ ਐਸੇ ਧਰਮਾਤਮਾ ਵਾਲੇ ਗੁਣ ਕਿਤੇ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਏ ਉਹ ਕਿਹੜੇ ਨੇ ਵੀ ਪ੍ਰਜਾ ਨੂੰ ਆਪਣੇ ਪੁੱਤਾਂ ਦੇ ਸਮਾਨ ਜਾਣ ਕਰਕੇ ਉਹਨਾਂ ਦੀ ਪਾਲਣਾ ਕਰਨੀ। ਹੁਣ ਮਾਂ ਪਿਓ ਹਮੇਸ਼ਾ ਵਾਸਤੇ ਆਪਣੇ ਬੱਚਿਆਂ ਦਾ ਦੁੱਖ ਸੁੱਖ ਕਦੇ ਵੀ ਉਹ
ਦੇਖ ਨਹੀਂ ਸਕਦਾ ਹੈ। ਜਿੱਥੇ ਕੋਈ ਬੱਚਾ ਮਾੜਾ ਜਾ ਬਿਮਾਰ ਹੋ ਗਿਆ ਹੈ, ਮਾਤਾ ਪਿਤਾ ਨੂੰ ਫਿਰ ਅੱਖਾਂ ਦੇ ਵਿੱਚ ਨੀਂਦ ਨਹੀਂ ਪੈਂਦੀ, ਜਾਗਦੀ ਰਹਿੰਦੇ ਨੇ ਸਾਰੀ ਰਾਤ ਵੀ ਮੇਰਾ ਬੱਚਾ ਬੜਾ ਤੰਗ ਹੈ, ਪਤਾ ਨਹੀਂ ਕੀ ਹੋ ਗਿਆ ਇਹਨੂੰ। ਸਤਿਗੁਰੂ ਜੀ ਕਹਿਣ ਲੱਗੇ ਅਗਰ ਤੋਂ ਪਵਲਕ ਨੂੰ ਪੁੱਤਾਂ ਦੇ ਸਮਾਨ ਪਾਲਦੇ ਆ ਦੂਜਾ ਵੱਡਾ ਗੁਣ ਕੀ ਹੈ ਵੀ ਜਿਹੜਾ ਹਮੇਸ਼ਾ ਵਾਸਤੇ ਸੱਚਾ ਨਿਆਂ ਸਾਰਿਆਂ ਦੇ ਨਾਲ ਹੀ ਕਰਨਾ ਹੈ। ਲੋਭ ਧਾਰ ਨਹਿ ਕਰ ਕੋ ਨਿਆਉ। ਜਿਹੜੇ ਹੁਣ ਮਨ ਦੇ ਵਿੱਚ ਲੋਭ ਲਾਲਚ ਧਾਰਨ ਕਰਦੇ ਆ, ਉਹ ਕਦੇ ਵੀ ਕਿਸੇ ਦਾ ਸੱਚਾ ਨਿਆਂ ਤਾਂ ਕਰਦੇ ਨਹੀਂ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਜਨ ਕੀਤੇ ਨੇ ਗੁਰੂ ਬਾਬਾ ਜੀ ਦੇ। ਹੁਣ ਤਾਂ ਜਿਹਨੂੰ ਆਪਾਂ ਅੱਜ ਕੱਲ੍ਹ ਅਦਾਲਤਾਂ ਕੋਟਾ ਕਹਿੰਦੇ ਨੇ, ਉਦੋਂ ਕਚਹਿਰੀਆਂ ਕਿਆ ਕਰਦੇ ਸੀ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉਹਨਾਂ ਨੇ ਬਸ ਸੱਚੇ ਨੂੰ ਝੂਠਾ, ਝੂਠੇ ਨੂੰ ਸੱਚਾ ਬਣਾ ਦੇਣਾ, ਲੈ ਕਰਕੇ ਬੜੀ ਭਾਰੀ ਰਿਸ਼ਵਤ ਦੀ ਮਾਇਆ। ਹੁਣ ਜਿਹੜਾ ਲੋਭੀ ਹੈ, ਲਾਲਚੀ ਹੈ, ਔਰ ਰਾਜੇ ਸ਼ੀ ਮੁਕੱਦਮ ਕੁੱਤੇ ਜ਼ਾਏ ਜ਼ਗਾਇਨ ਬੈਠੇ ਸੁੱਤੇ। ਇਹੋ ਜਿਹੀ ਹਾਲਤ ਉਹ ਸਮੇਂ ਰਾਜੇ ਮਹਾਰਾਜਿਆਂ ਦੀ ਕਲਯੁਗ ਦੇ ਸਮੇਂ ਦੇ ਵਿੱਚ ਹੋ ਚੁੱਕੀ ਸੀ। ਪਰ ਸਤਿਗੁਰੂ ਜੀ ਕਹਿਣ ਲੱਗੇ ਰਾਜਨ ਤੇਰੇ ਵਾਸਤੇ ਸਾਰਿਆਂ ਨਾਲੋਂ ਵੱਡੀ ਸੇਵਾ ਇਹੀ ਹੈ ਵੀ ਹਮੇਸ਼ਾ ਵਾਸਤੇ ਸਾਰਿਆਂ ਦਾ ਸੱਚਾ ਨਿਆਂ, ਗਰੀਬ ਗੁਰਬੇ ਦੇ ਸਦਾ ਦੇ ਲਈ ਤੇ ਆਪ ਉਹਨਾਂ ਦੇ ਦੁੱਖਾਂ ਨੂੰ ਸੁਣਨਾ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਹਨੂੰ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵੱਡ ਭਾਗੇ ਗੁਰ ਸਿੱਖ ਤਾਈਨੇ ਹਾਲ ਕਰ ਰਹੇ ਨੇ। ਜਗਤ ਜਾਨੀਐ ਸੁਪਨ ਸਮਾਨਾ, ਸਤ ਆਤਮਾ ਏਕ ਪਛਾਨਾ। ਜਗਤ ਜਾਨੀਐ ਸੁਪਨ ਸਮਾਨਾ, ਸਤ ਆਤਮਾ ਏਕ ਪਛਾਨਾ। ਇਹ ਚੌਥ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ।